ਈ ਬਾਣੀ ਸੋ ਰੰਗ ਲਾਏ। ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਸਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਪੰਡਤ ਦੇ ਜੰਗਲ ਜਾਣ ਦਾ ਅਲੰਕਾਰ। ਇੱਕ ਪੰਡਤ ਜੰਗਲ ਵਿੱਚ ਗਿਆ। ਅਚਾਨਕ ਇੱਕ ਅਜਿਹੀ ਥਾਂ ਪਹੁੰਚਿਆ ਜਿੱਥੇ ਇੱਕ ਪਾਸੇ ਫਾਹੀਆਂ ਹਨ, ਦੂਜੇ ਪਾਸੇ ਜੰਗਲ ਵਿੱਚ ਅੱਗ ਲੱਗੀ ਹੋਈ ਹੈ। ਤੀਜੇ ਪਾਸੇ ਇੱਕ ਡੈਣ ਲੰਮੀਆਂ ਲੰਮੀਆਂ ਭੁਜਾਂ ਕਰਕੇ ਖੜੀ ਹੈ। ਚੌਥੇ ਪਾਸੇ ਇੱਕ ਭੁੱਖਾ ਸ਼ੇਰ ਖੜਾ ਹੈ। ਪੰਡਤ ਘਬਰਾ ਕੇ ਜੰਗਲ ਵਿੱਚ ਹੀ ਰਿਹਾ ਤੇ ਇੱਕ ਬੋਹੜ ਦੇ ਦਰਖਤ ਦੀ ਲੰਮੀ ਜੜ ਖੂਹ ਵਿੱਚ ਲਮਕਦੀ ਦੇਖੀ। ਝੱਟ ਜੜ ਨੂੰ ਫੜ ਕੇ ਖੂਹ ਵਿੱਚ ਲਮਕ ਗਿਆ। ਜਦ ਹੇਠਾਂ ਨਿਗਾਹ ਕੀਤੀ ਤਾਂ ਵੱਡਾ ਅਸਰਾਲ ਸੱਪ ਮੂੰਹ ਅੱਡੀ ਫੁੰਕਾਰੇ ਮਾਰ ਰਿਹਾ ਹੈ। ਉੱਪਰ ਨਿਗਾਹ ਕੀਤੀ ਤਾਂ ਉੱਤੇ ਇੱਕ ਮਸਤ ਹਾਥੀ ਆ ਗਿਆ। ਜਿਸ ਜੜ ਨਾਲ ਲਮਕਦਾ ਸੀ ਉਸ ਨਾਲ ਮਾਖਿਓ ਲੱਗਾ ਸੀ। ਜਦ ਲਮਕਣ ਨਾਲ ਹਿੱਲ ਕੇ ਮਾਖਿਓ ਦਾ ਸ਼ਹਿਦ ਉਸ ਦੇ ਮੂੰਹ ਵਿੱਚ ਚਾਉਣ ਲੱਗ ਪਿਆ। ਫੇਰ ਕੀ ਡਿੱਠਾ, ਦੋ ਚੂਹੇ ਚਿੱਟਾ ਤੇ ਕਾਲਾ ਉਸ ਜੜ ਨੂੰ ਕੱਟ ਰਹੇ ਹਨ। ਪਰੰਤੂ ਕੀ ਕਰਦਾ? ਇਹ ਸਭ ਕੁਝ ਜਾਣਦਾ ਹੋਇਆ ਵੀ ਉਸ ਸ਼ਹਿਦ ਦੇ ਮਿੱਠੇ ਰਸ ਵਿੱਚ ਸਭ ਕੁਝ ਭੁੱਲ ਗਿਆ। ਆਖਰ ਚੂਹਿਆਂ ਨੇ ਜੜ ਕੱਟ ਦਿੱਤੀ ਤੇ ਪੰਡਤ ਵਿਚਾਰਾ ਭਿਆਨਕ ਸੱਪ ਦੇ ਮੂੰਹ ਵਿੱਚ ਜਾ ਪਿਆ। ਇਸੇ ਤਰ੍ਹਾਂ ਜੀਵ ਪੰਡਤ ਸੰਸਾਰ ਉਜਾੜ ਵਿੱਚ ਆਇਆ ਹੈ। ਇੱਕ ਪਾਸੇ ਵਾਸ਼ਨਾ ਦੀਆਂ ਫਾਹੀਆਂ ਲੱਗੀਆਂ ਹਨ, ਦੂਜੇ ਪਾਸੇ ਤ੍ਰਿਸ਼ਨਾ ਦੀ ਅੱਗ ਮੱਚ ਰਹੀ ਹੈ, ਤੀਜੇ ਪਾਸੇ ਬ੍ਰਿਧ ਅਵਸਥਾ ਰੂਪੀ ਡੈਣ ਲੰਮੀਆਂ ਬਾਹਾਂ ਕਰਕੇ ਦੌੜਦੀ ਹੋਈ ਜਵਾਨੀਆਂ ਰੂਪੀ ਡਾਣੇ ਭੰਨੀ ਆ ਰਹੀ ਹੈ, ਚੌਥੇ ਪਾਸੇ ਹੰਕਾਰ ਰੂਪ ਸ਼ੇਰ ਗਰਜ ਰਿਹਾ ਹੈ। ਗ੍ਰਸਤ ਬੋੜ ਦਾ ਦਰਖਤ ਹੈ, ਉਮਰ ਇਸ ਦੀ ਜੜ ਹੈ, ਖੂਹ ਸਰੀਰ ਹੈ, ਬਰਸਵਰਾ ਰੂਪ ਹਾਥੀ ਹੈ, ਦਿਨ ਰਾਤ ਚਿੱਟਾ ਤੇ ਕਾਲਾ ਚੂਹਾ ਉਮਰ ਰੂਪ ਜੜ ਨੂੰ ਕੱਟੀ ਜਾ ਰਹੇ ਹਨ। ਯਥਾ ਆਨੰਦਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮਹਿ ਖਾਹੇ ਮਿਠਾਈ। ਮਾਇਆ ਰੂਪ ਮਾਖਿਓ ਹੈ, ਵਿਸ਼ੇ ਸੁਖ ਸ਼ਹਿਦ ਹੈ, ਜਿਸ ਦੇ ਭੋਗਣ ਵਿੱਚ ਜੀਵ ਲੱਗਾ ਹੋਇਆ ਹੈ। ਕਾਲ ਰੂਪ ਸੱਪ ਹੈ। ਜਦ ਉਮਰ ਰੂਪੀ ਜੜ ਕੱਟੀ ਗਈ ਤਾਂ ਡਿੱਗ ਕੇ ਕਾਲ ਦੇ ਮੂੰਹ ਵਿੱਚ ਜਾ ਪੈਂਦਾ ਹੈ। ਸੋ ਇਸੇ ਤਰ੍ਹਾਂ ਜੋ ਮਨੁੱਖਾ ਜਨਮ ਲੈ ਕੇ ਸੱਪ ਭਾਵ ਕਾਲ ਦੇ ਮੂੰਹ ਵਿੱਚ ਹੀ ਡਿੱਗਣ ਜੋਗੇ ਹਨ, ਉਹ ਆਪਣਾ ਕੁਝ ਨਹੀਂ ਸਵਾਰ ਸਕਦੇ। ਹੁਣ ਅਗਲਾ ਭਾਗ ਹੈ ਸਵਾਸਾਂ ਦਾ ਅਲੰਕਾਰ। ਇੱਕ ਜ਼ਿਮੀਂਦਾਰ ਦਾ ਨਦੀ ਦੇ ਕੰਢੇ ਨਾਲ ਖੇਤ ਸੀ। ਉਸ ਵਿੱਚ ਬਾਜਰਾ ਬੀਜਿਆ। ਉਸ ਦੀ ਰਾਖੀ ਲਈ ਗੋਪੀਆ ਅਥਵਾ ਘੁਮਾਣੀ ਲੈ ਕੇ ਗੁਲੇਲੇ ਬਣਾ ਕੇ ਪੰਛੀਆਂ ਨੂੰ ਉਡਾਉਣ ਲਈ ਮਣੇ ਤੇ ਬੈਠਾ ਚਲਾਈ ਜਾਇਆ ਕਰੇ ਤੇ ਉਹ ਗੁਲੇਲੇ ਨਦੀ ਵਿੱਚ ਜਾ ਡਿੱਗਿਆ ਕਰਨ। ਗੁਲੇਲੇ ਵੱਟਣ ਵਾਸਤੇ ਇੱਕ ਦਿਨ ਜਦ ਉਹ ਮਿੱਟੀ ਪੁੱਟ ਰਿਹਾ ਸੀ ਤਾਂ ਉਸ ਨੂੰ ਇੱਕ ਲਾਲਾਂ ਦੀ ਭਰੀ ਹੋਈ ਮਟਕੀ ਮਿਲੀ। ਬੜਾ ਖੁਸ਼ ਹੋਇਆ ਕਿ ਵੱਟੇ ਵਟਾਏ ਗੁਲੇਲੇ ਮਿਲ ਗਏ। ਸੋ ਇੱਕ ਇੱਕ ਕਰਕੇ ਗੋਪੀਏ ਨਾਲ ਘੁਮਾ ਕੇ ਚਿੜੀਆਂ ਉਡਾਉਣ ਲਈ ਚਲਾ ਦਿੱਤੇ। ਉਹ ਸਭ ਨਦੀ ਵਿੱਚ ਹੀ ਡਿੱਗ ਪਏ। ਇੱਕ ਲਾਲ ਬਾਕੀ ਰਹਿੰਦਾ ਸੀ। ਉਸ ਦੇ ਘਰ ਵਾਲੀ ਪ੍ਰਸ਼ਾਦਾ ਲੈ ਕੇ ਆਈ ਤਾਂ ਉਸ ਨੇ ਗੁਲੇਲਾ ਸੋਹਣਾ ਜਾਣ ਕੇ ਰੱਖ ਲਿਆ। ਜ਼ਿਮੀਂਦਾਰ ਕਹਿਣ ਲੱਗਾ,
ਮੈਂ ਤੇ ਇਹਨਾਂ ਦੀ ਭਰੀ ਮਟਕੀ ਚਲਾ ਦਿੱਤੀ ਹੈ। ਪਹਿਲਾਂ ਆਉਂਦੀ ਤਾਂ ਜਿਤਨੇ ਮਰਜ਼ੀ ਰੱਖ ਲੈਂਦੀ। ਉਹ ਉਸ ਲਾਲ ਨੂੰ ਲੈ ਕੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਜੋਹਰੀ ਦੀ ਦੁਕਾਨ ਸੀ। ਜੋਹਰੀ ਨੇ ਲਾਲ ਦੀਆਂ ਚਮਕਾਂ ਵੇਖ ਕੇ ਬਹੁਤ ਕੀਮਤੀ ਜਾਣ ਕੇ ਆਪਣਾ ਸੀਸ ਝੁਕਾ ਦਿੱਤਾ। ਉਸ ਇਸਤਰੀ ਨੇ ਉਸ ਦਾ ਮੁੱਲ ਪੁੱਛਿਆ ਤਾਂ ਜੋਹਰੀ ਨੇ ਉਸ ਦੇ ਵੱਟੇ, ਸ਼ੀਸ਼ ਮਹਿਲ, ਘੋੜੇ ਆਦਿਕ ਉਸ ਨੂੰ ਦਿੱਤੇ। ਬਹੁਤ ਪ੍ਰਸੰਨ ਹੋਈ। ਜ਼ਿਮੀਂਦਾਰ ਸ਼ਾਮ ਨੂੰ ਜਦ ਘਰ ਵਾਪਸ ਆਇਆ ਤਾਂ ਸਾਰੀ ਗੱਲ ਸੁਣ ਕੇ ਇਤਨਾ ਪਛਤਾਤਾਪ ਕੀਤਾ ਕਿ ਸ਼ੀਸ਼ ਮਹਿਲ ਨਾਲ ਸਿਰ ਮਾਰ ਮਾਰ ਕੇ ਮਰ ਗਿਆ। ਸੋ ਇਸੇ ਪ੍ਰਕਾਰ ਕਾਲ ਚੱਕਰ ਨਦੀ ਦਾ ਪ੍ਰਵਾਹ ਹੈ। ਇਸ ਦੇ ਕਿਨਾਰੇ ਮਨੁੱਖ ਜਨਮ ਮਟਕੀ ਸੁਆਸਾਂ ਰੂਪੀ ਲਾਲਾਂ ਦੀ ਭਰੀ ਹੋਈ ਹੈ। 5 ਵਿਸ਼ੇ ਬਾਜਰੇ ਦਾ ਖੇਤ ਹੈ। ਵਾਗ੍ਰਸਤ ਪਰਿਵਾਰ ਬਾਜਰੇ ਦਾ ਖੇਤ ਹੈ। ਇਸ ਦੀ ਰਾਖੀ ਵਾਸਤੇ ਸਾਰੇ ਸਵਾਸ, ਦੇਹ, ਅਧਿਆਸ ਮਣੇ ਤੇ ਬੈਠ ਕੇ 5 ਇੰਦਰੀਆਂ ਦੀ ਗੁਲੇਲ ਅਥਵਾ ਗੋਪੀਏ ਰਾਹੀਂ ਚਲਾ ਚਲਾ ਕੇ ਸ਼ਬਦ, ਸਪਰਸ਼, ਰੂਪ, ਰਸ, ਗੰਧ ਭੈੜੇ ਕੰਮਾਂ ਵਿੱਚ ਗਵਾ ਦਿੱਤੇ। ਸ਼ੁੱਧ ਬੁੱਧੀ ਇਸਤਰੀ ਪ੍ਰੇਰ ਕੇ ਜੀਵ ਰੂਪੀ ਜੱਟ ਨੂੰ ਸਾਧ ਸੰਗਤ ਵਿੱਚ ਲੈ ਆਈ। ਉੱਥੇ ਰੱਬ ਦਾ ਨਾਮ ਸੁਣਿਆ। ਮਰਨ ਪਿੱਛੋਂ ਪਰਲੋਕ ਵਿੱਚ ਗਿਆ ਤਾਂ ਉਹਨਾਂ ਸਾਧ ਸੰਗਤ ਵਿੱਚ ਗੁਜ਼ਾਰੇ ਸਵਾਸਾਂ ਦਾ ਮੁੱਲ ਬਹੁਤ ਪੈਂਦਾ ਵੇਖ ਕੇ ਬੜਾ ਅਫਸੋਸ ਕੀਤਾ। ਯਥਾ ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਤਥਾ ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਈ ਵਹਨ, ਜੋ ਜੋ ਵੰਜੈ ਡਿਹੜਾ, ਸੋ ਉਮਰ ਹੱਥ ਪਵਨ। ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ। ਪੈਂਦੀ ਮੁਜਰੇ ਸਵਾਸ ਬਿਅਰਥ ਨਾ ਗਵਾਓ। ਤੀਜਾ ਭਾਗ ਹੈ ਯਖਣੀ ਦੇਵੀ ਦਾ ਅਲੰਕਾਰ। ਇੱਕ ਬੜੇ ਤੇਜ ਪ੍ਰਤਾਪ ਵਾਲਾ ਰਾਜਾ ਸੀ। ਯਖਣੀ ਦੇਵੀ ਨੇ ਉਸ ਪਾਸ ਨੌਕਰੀ ਕਰਨ ਲਈ ਅਤਿਅੰਤ ਪ੍ਰੇਮ ਸਹਿਤ ਨਿਮਰਤਾ ਭਰਪੂਰ ਬੇਨਤੀ ਕੀਤੀ ਤਾਂ ਰਾਜੇ ਨੇ ਰੱਖ ਲਈ। ਚੰਚਲਤਾ ਨਾਲ ਰਾਜੇ ਤੇ ਆਪਣਾ ਬਹੁਤ ਪ੍ਰਭਾਵ ਪਾਇਆ। ਇੱਕ ਦਿਨ ਐਸਾ ਚਮਤਕਾਰ ਵਿਖਾਇਆ ਕਿ ਉਸ ਨੇ ਬੇਅੰਤ ਰਾਜੇ ਬਣਾ ਦਿੱਤੇ। ਰਸੋਈਏ ਨੇ ਭੋਜਨ ਤਿਆਰ ਕੀਤਾ। ਹੈਰਾਨ ਹੋ ਗਿਆ ਕਿ ਕਿਸ ਨੂੰ ਭੋਜਨ ਛਕਾਵਾਂ। ਅੰਤ ਨੂੰ ਵਜ਼ੀਰ ਪਾਸ ਗਿਆ ਤੇ ਸਾਰੀ ਵਿਥਿਆ ਕਹਿ ਸੁਣਾਈ। ਵਜ਼ੀਰ ਨੇ ਯਖਣੀ ਫੂਕ ਮੰਤਰ ਭੋਜਨ ਛਕਣ ਵਾਲੇ ਕਮਰੇ ਦੇ ਬੂਹੇ ਅੱਗੇ ਬੰਨ੍ਹ ਦਿੱਤਾ ਤੇ ਸਾਰੇ ਰਾਜਿਆਂ ਨੂੰ ਭੋਜਨ ਛਕਣ ਲਈ ਬੇਨਤੀ ਕੀਤੀ। ਮੰਤਰ ਦੇ ਅਸਰ ਨਾਲ ਬਨਾਉਟੀ ਰਾਜੇ ਸਭ ਭਸਮ ਹੁੰਦੇ ਗਏ। ਕੇਵਲ ਅਸਰੀ ਰਾਜਾ ਹੀ ਰਸੋਈ ਖਾਨੇ ਤੱਕ ਪਹੁੰਚਿਆ। ਰਾਜਾ ਯਖਣੀ ਉੱਤੇ ਬਹੁਤ ਗੁੱਸੇ ਹੋਇਆ ਤੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਸੋ ਇਸੇ ਪ੍ਰਕਾਰ ਈਸ਼ਵਰ ਰਾਜਾ ਹੈ ਤੇ ਮਾਇਆ ਯਖਣੀ ਦੇਵੀ ਹੈ। ਮਾਇਆ ਨੇ ਈਸ਼ਵਰ ਨੂੰ ਕਿਹਾ ਕਿ ਮੈਨੂੰ ਆਪਣੇ ਆਸਰੇ ਰੱਖ ਲੈ, ਮੈਂ ਬਹੁਤ ਚਮਤਕਾਰ ਵਿਖਾਵਾਂਗੀ। ਈਸ਼ਵਰ ਨੇ ਮਾਇਆ ਨੂੰ ਅੰਗੀਕਾਰ ਕੀਤਾ। ਮਾਇਆ ਨੇ ਜਦ ਆਪਣਾ ਬਲ ਵਿਖਾਇਆ ਤਾਂ ਆਪਣੀ ਪ੍ਰਬਲਤਾ ਨਾਲ 3 ਗੁਣ, 5 ਤੱਤ, 4 ਖਾਣੀਆਂ ਆਦਿ ਜਗਤ ਅਨੇਕ ਪ੍ਰਕਾਰ ਦਾ ਰਚ ਕੇ ਈਸ਼ਵਰ ਰਾਜੇ ਵਿੱਚ ਨਾਨਾ ਪੁਣਾ ਵਿਖਾ ਕੇ ਸਿੱਧ ਆਦਿਕ ਸਾਰੇ ਭਰਮਾ ਦਿੱਤੇ। ਯਥਾ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ,
ਭਰਮ ਭਰਮ ਮਨੁਖ ਡਹਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਸ਼ੁੱਧ ਮਨ ਰਸੋਈਆ ਹੈ। ਸਤਿਗੁਰੂ ਰੂਪ ਵਜ਼ੀਰ ਪਾਸ ਗਿਆ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਮੰਤਰ ਗੁਰਬਾਣੀ ਦੁਆਰਾ ਹਿਰਦੇ ਦਰ ਵਿੱਚ ਬੰਨ੍ਹ ਦਿੱਤਾ। ਵਿਸ਼ੇ ਵਿਕਾਰਾਂ ਨੂੰ ਤਨ, ਇੰਦਰੇ, ਮਨ, ਪ੍ਰਾਣ ਤੇ ਬੁੱਧੀ ਸਭ ਸੰਸਾਰ ਨੂੰ ਅਸਤ ਜਣਾ ਕੇ ਇਸ ਤੋਂ ਪਰੇ ਇੱਕ ਹਰੀ ਨੂੰ ਸਤ ਸਰੂਪ ਜਨਾ ਦਿੱਤਾ। ਅਸਲੀ ਰਾਜਾ ਇੱਕੋ ਹਰੀ ਪ੍ਰਭੂ ਅਕਾਲ ਪੁਰਖ ਹੈ। ਕਹੋ ਨਾਨਕ ਗੁਰ ਭਰਮ ਘਾਟਿਆ, ਸਗਲ ਬ੍ਰਹਮ ਵਿਚਾਰ। ਸਤ ਵਸਤੂ ਹਰੀ ਬ੍ਰਹਮ ਦਾ ਗਿਆਨ ਹੋਇਆ ਤਾਂ ਮਾਇਆ ਯਖਣੀ ਦਾ ਵਿਸਾਰ ਨਾ ਕੀਤਾ ਤੇ ਮਨੋਂ ਵਿਸਾਰ ਛੱਡਿਆ। ਇਹੀ ਇਸ ਦਾ ਦੇਸ਼ ਨਿਕਾਲਾ ਹੈ। ਹੁਣ 6ਵਾਂ ਹੈ ਕੀੜੀ ਦਾ ਅਲੰਕਾਰ। ਇੱਕ ਕੀੜੀ ਨੇ ਮਿਸ਼ਰੀ ਦਾ ਪਹਾੜ ਵੇਖਿਆ, ਖਾ ਕੇ ਬਹੁਤ ਖੁਸ਼ ਹੋਈ। ਉਸ ਨੇ ਬਾਕੀ ਕੀੜੀਆਂ ਨੂੰ ਆ ਕੇ ਕਿਹਾ, ਮੈਂ ਮਿਸ਼ਰੀ ਦਾ ਅਤ ਮਿੱਠਾ ਪਹਾੜ ਵੇਖ ਕੇ ਆਈ ਹਾਂ, ਆਓ ਤੁਸੀਂ ਵੀ ਚੱਲ ਕੇ ਖਾਓ। ਸੁਣ ਕੇ ਨਾਲ ਤੁਰ ਪਈਆਂ। ਉਹ ਵਿਚਾਰੀਆਂ ਲਿੱਧ ਵਿੱਚ ਭਰਮਦੀਆਂ ਫਿਰਦੀਆਂ ਰਹੀਆਂ ਅਤੇ ਉਹਨਾਂ ਦੇ ਮੂੰਹ ਵਿੱਚ ਲਿੱਧ ਦੇ ਡੱਕੇ ਸਨ। ਇਸ ਕਰਕੇ ਮਿੱਠੇ ਦਾ ਰਸ ਕਿਸੇ ਨੂੰ ਵੀ ਨਾ ਆਇਆ। ਪਹਿਲੀ ਕੀੜੀ ਸਮਝ ਗਈ ਕਿ ਇਹਨਾਂ ਦੇ ਮੂੰਹ ਵਿੱਚ ਲਿੱਧ ਦੇ ਡੱਕੇ ਹਨ। ਸੋਚ ਕੇ ਸਭਨਾਂ ਨੂੰ ਪਾਣੀ ਦੇ ਕੰਢੇ ਤੇ ਲਿਜਾ ਕੇ ਪਾਣੀ ਨਾਲ ਮੂੰਹ ਧੁਆਏ, ਜਿਸ ਨਾਲ ਮੂੰਹ ਵਿੱਚੋਂ ਲਿੱਧ ਦੇ ਡੱਕੇ ਨਿਕਲ ਕੇ ਸਾਫ਼ ਹੋ ਗਏ। ਤਾਂ ਫਿਰ ਉਹਨਾਂ ਨੂੰ ਬਹੁਤ ਆਨੰਦ ਤੇ ਰਸ ਆਇਆ। ਉਹ ਕਦੇ ਵੀ ਛੱਡ ਨਾ ਸਕੀਆਂ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਰਬੋਤਮ ਧੁਰ ਦੀ ਬਾਣੀ ਉਚਾਰਨ ਕੀਤੀ, ਜੋ ਅੰਮ੍ਰਿਤ ਆਨੰਦ ਦੇ ਦੇਣ ਵਾਲੀ ਹੈ। ਯਥਾ ਸਾਚੀ ਬਾਣੀ ਮਿੱਠੇ ਅੰਮ੍ਰਿਤ ਤਾਰ, ਜਿਨ ਪੀਤੀ ਤਿਸ ਮੋਖ ਦਵਾਰ। ਜੋ ਗੁਰਬਾਣੀ ਨਾਮੀ ਮਿਸ਼ਰੀ ਦਾ ਪਹਾੜ ਹੈ, ਨਿਮਰਤਾ, ਗਰੀਬੀ ਤੇ ਭਗਤੀ ਸਹਿਤ ਜੀਵ ਉਹ ਪਹਿਲੀ ਕੀੜੀ ਵਾਂਗ ਹਨ। ਉਹਨਾਂ ਨੂੰ ਗੁਰਬਾਣੀ ਵਿੱਚੋਂ ਅੰਮ੍ਰਿਤ ਆਨੰਦ ਆਇਆ ਹੈ। ਦੂਜੀਆਂ ਕੀੜੀਆਂ ਇਹ ਸੰਸਾਰੀ ਜੀਵ ਹਨ। ਵਿਸ਼ੇ ਵਾਸ਼ਨਾ ਰੂਪ ਲਿੱਧ ਦੇ ਡੱਕਿਆਂ ਨਾਲ ਅੰਤःਕਰਨ ਰੂਪ ਮੂੰਹ ਭਰੇ ਪਏ ਹਨ। ਉਹਨਾਂ ਨੂੰ ਵਿਰਾਗ ਰੂਪੀ ਪਾਣੀ ਨਾਲ ਧੋਣਾ ਕੀਤਾ ਤਾਂ ਬ੍ਰਹਮਾਨੰਦ ਰਸ ਆਇਆ, ਫੇਰ ਕਦੇ ਛੱਡ ਨਹੀਂ ਸਕੇ। ਸੋ ਗੁਰਬਾਣੀ ਹੈ ਅੰਮ੍ਰਿਤ ਰੂਪ, ਧਾਰੋ ਹਿਰਦੇ ਮਾਣੋ ਬ੍ਰਹਮਾਨੰਦ ਰਸ। ਹੁਣ 7ਵੇਂ ਹੈ ਹਲਕੇ ਕੁੱਤੇ ਦਾ ਅਲੰਕਾਰ। ਸਿੱਧਾਂ ਨੇ ਸਤਿਗੁਰੂ ਜੀ ਨਾਲ ਚਰਚਾ ਕੀਤੀ ਪਰ ਹਾਰ ਗਏ। ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਨਾਲ ਹੀ ਬੇਨਤੀ ਕੀਤੀ, ਜੀ ਆਪ ਜੀ ਦਾ ਗੁਰਮੰਤਰ ਬੜਾ ਅਮੋਲਕ ਹੈ। ਤੁਹਾਨੂੰ ਚਾਹੀਦਾ ਹੈ ਕਿਸੇ ਪਹਾੜ ਦੀ ਗੁਫਾ ਵਿੱਚ ਵੜ ਕੇ ਜਾਂ ਭੋਰੇ ਵਿੱਚ ਬਹੁਤ ਹੀ ਇਕਾਂਤ ਬੈਠ ਕੇ ਕਿਸੇ 1-2 ਅਧਿਕਾਰੀਆਂ ਨੂੰ ਹੀ ਕੇਵਲ ਬਖਸ਼ਿਆ ਕਰੋ, ਜਿਸ ਕਰਕੇ ਤੁਹਾਡੇ ਗੁਰਮੰਤਰ ਦੀ ਬਹੁਤੀ ਕਦਰ ਹੋਵੇ ਤੇ ਲੋਕੀ ਤੁਹਾਡਾ ਵੀ ਆਦਰ ਬਹੁਤਾ ਕਰਨ। ਨਾਲ ਉਹਨਾਂ ਗੁਰਮੰਤਰ ਧਾਰਨੀਆਂ ਨੂੰ ਹੁਕਮ ਦਿਆ ਕਰੋ ਕਿ ਉਹ ਕਿਸੇ ਹੋਰ ਨੂੰ ਗੁਰਮੰਤਰ ਅੱਗੇ ਨਾ ਦੱਸਿਆ ਕਰਨ ਤੇ ਨਾ ਹੀ ਦਿਆ ਕਰਨ। ਤਾਂ ਸੁਣ ਕੇ ਹਜ਼ੂਰ ਨੇ ਫਰਮਾਇਆ, ਹੇ ਸਿੱਧੋ, ਉਹ ਪਰਮੇਸ਼ਰ ਵਾਹਿਗੁਰੂ ਸਰਬ ਵਿਆਪਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਯਥਾ
जैसा घर बाहर सो तैसा, बैस गुफा मह आखो कैसा, सागर डूगर निरभਉ ऐसा। ਉਸ ਦਾ ਨਾਮ ਲੋਕ ਕੇ ਕਿਉਂ ਜਪੀਏ ਜਪਾਈਏ। ਅਸੀਂ ਤਾਂ ਰਬਾਬ ਵਜਾ ਕੇ ਉੱਚੀ ਧੁਨ ਨਾਲ ਉਚਾਰ ਕੇ ਸਭ ਨੂੰ ਦ੍ਰਿੜਾ ਕੇ ਸਭ ਦੇ ਕਲਿਆਣ ਕਰਾਂਗੇ। ਕਿਸੇ ਆਦਮੀ ਨੂੰ ਇੱਕ ਹਲਕਾ ਕੁੱਤਾ ਵੱਢ ਗਿਆ। ਉਸ ਨਗਰ ਵਿੱਚ ਇੱਕ ਹਕੀਮ ਰਹਿੰਦਾ ਸੀ ਜੋ ਮੰਤਰ ਪੜ੍ਹ ਕੇ ਹਲਕ ਮੇਟ ਸਕਦਾ ਸੀ। ਉਸ ਨੇ ਮੰਤਰ ਸੁਣਾ ਕੇ ਉਸ ਪੁਰਖ ਨੂੰ ਰਾਜੀ ਕਰ ਦਿੱਤਾ। ਕੁਝ ਸਮੇਂ ਮਗਰੋਂ ਬਹੁਤੇ ਕੁੱਤੇ ਇਕੱਠੇ ਹੀ ਹਲਕ ਗਏ। ਉਹਨਾਂ ਬਹੁਤਿਆਂ ਆਦਮੀਆਂ ਨੂੰ ਵੱਢਿਆ। ਜਿਸ ਹਕੀਮ ਨੂੰ ਹਲਕੇ ਕੁੱਤੇ ਦੇ ਹਲਕ ਰੋਕਣ ਦਾ ਮੰਤਰ ਯਾਦ ਸੀ, ਉਹ ਸਾਰੇ ਉਸ ਕੋਲ ਗਏ। ਤਾਂ ਹਕੀਮ ਨੇ ਵਿਚਾਰਿਆ ਕਿ ਜੇ ਉਹ ਇੱਕ ਇੱਕ ਆਦਮੀ ਨੂੰ ਵੱਖਰਾ ਵੱਖਰਾ ਮੰਤਰ ਸੁਣਾਏ ਤਾਂ ਬਹੁਤੇ ਆਦਮੀ ਹਲਕ ਨਾਲ ਮਰ ਜਾਣਗੇ। ਉਸ ਨੇ ਸਾਰਿਆਂ ਨੂੰ ਇਕੱਠੇ ਕਰਕੇ ਢੋਲ ਤੇ ਡਗੇ ਦੀ ਆਵਾਜ਼ ਨਾਲ ਇੱਕੋ ਵਾਰੀ ਹੀ ਸਾਰਿਆਂ ਨੂੰ ਮੰਤਰ ਸੁਣਾ ਕੇ ਸਾਰਿਆਂ ਦਾ ਇਲਾਜ ਕਰ ਦਿੱਤਾ। ਇਸੇ ਤਰ੍ਹਾਂ ਲੋਭ ਹੈ ਕੁੱਤਾ ਯਥਾ। हे लोबा लंपट संग सिर मोरहे, अनक लहरी कलोल ते, तावंत जिया बहु प्रकारं, अनक भांत बहु डोल ते, नच मित्रं नच इष्टं नच बाधव, नच मात पिता तव लज्जया, अकरणं क्रोत अखाद्य खाद्यं, असाज्यं साज समझिया, त्राहे त्राहे शरण सुआमी विज्ञापत नानक, हर नर हर है। सतयुग विच कोई एक दो ही विगड़ते सन। त्रेते विच कुछ वध, दुआपर विच उस तो वध। उन्हां इकल्लियां नूं समझा के ਗੁਰਮੰਤਰ ਦੇ ਕੇ ਲੋਭ ਦੀ ਲਹਿਰ ਤੋਂ ਬਚਾ ਕੇ ਰਾਜੀ ਕੀਤਾ ਜਾਂਦਾ ਰਿਹਾ। ਪਰ ਕਲਯੁਗ ਵਿੱਚ ਤਾਂ ਲੋਭ ਰੂਪੀ ਕੁੱਤੇ ਨੇ ਸਾਰਿਆਂ ਨੂੰ ਹੀ ਕੱਟ ਦਿੱਤਾ, ਸਭਨਾਂ ਦਾ ਜੀਵਨ ਵਿਗਾੜ ਦਿੱਤਾ। ਯਥਾ ਲੋਭ ਲਹਿਰ ਸਭ ਸੁਆਨ ਹਲਕ ਹੈ, ਹਲ ਕਿਉ ਸਭ ਹੈ ਬਿਗਾਰੇ। ਸਤਿਗੁਰੂ ਜੀ ਆਪ ਹਕੀਮ ਹਨ। ਜੇ ਇਕੱਲੇ ਇਕੱਲੇ ਨੂੰ ਮੰਤਰ ਦਿੰਦੇ ਤਾਂ ਬਹੁਤ ਸਮਾਂ ਲੱਗਣਾ ਸੀ। ਸੋ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਫੜਾ ਕੇ ਧੁਰ ਕੀ ਪਵਿੱਤਰ ਬਾਣੀ ਦਾ ਕੀਰਤਨ ਵਾ ਗੁਰਮੰਤਰ ਸਭ ਨੂੰ ਇਕੱਠਿਆਂ ਨੂੰ ਸੁਣਾ ਕੇ ਰਾਜੀ ਕੀਤਾ। जैसे खत्री ब्राह्मण सूद वैस, उपदेश चहो वर्णा को साजा, गुरमुख नाम जपै उदरे सो कलम है, घट घट नानक माजा। खत्री ब्राह्मण सूद बैस, उदरै सिमर चंडाल, या मेरा बैद गुरु गोविंदा, हर हर नाम औखद मुख देवै, काटै जम की फंदा। या सर्ब रोग का औखद नाम, कल्याण रूप मंगल गुण गाम। या संसार रोगी नाम दारू, मैल लागै सच बिना, मैल लागै सच बिना। ਜਿਵੇਂ ਹੁਣ ਪੰਜਾਂ ਪਿਆਰਿਆਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਘਰ ਵਿੱਚੋਂ ਨਵਾਂ ਜਨਮ ਦੇ ਕੇ ਜਨਮ ਮਰਨ ਕੱਟਿਆ ਜਾਂਦਾ ਹੈ,
ਇਕੱਲੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਦੇ ਕੰਨ ਵਿੱਚ ਮੰਤਰ ਦਿੰਦਾ ਫਿਰੇ। ਯਥਾ ਕੰਨਾ ਮੰਨਾ ਘੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਸੋ 8ਵੇਂ ਹੈ ਥੰਮਾਂ ਵਾਲੇ ਮਕਾਨ ਦਾ ਅਲੰਕਾਰ। ਕਿਸੇ ਰਾਜੇ ਨੇ ਇੱਕ ਮਹਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਉਪਦੇਸ਼ ਦਿਓ ਜੀ। ਮਹਾਤਮਾ ਨੇ ਕਿਹਾ, ਰਾਜਾ ਸਾਹਿਬ, ਇੱਕ ਮਕਾਨ ਬਣਵਾਓ ਜਿਸ ਦਾ ਇੱਕ ਬੂਹਾ ਹੋਵੇ। ਸੋ ਰਾਜੇ ਨੇ ਬਣਵਾ ਦਿੱਤਾ। ਮਹਾਤਮਾ ਨੇ ਕਾਰੀਗਰ ਨੂੰ ਕਹਿ ਕੇ ਉਸ ਮਕਾਨ ਦੇ ਅੰਦਰ ਥੰਮ ਹੀ ਥੰਮ ਬਣਵਾ ਦਿੱਤੇ। ਜੋ ਮਕਾਨ ਦਾ ਦਰਵਾਜ਼ਾ ਸੀ ਉਹ ਵੀ ਬੰਦ ਕਰਵਾ ਦਿੱਤਾ। ਤਾਂ ਮਹਾਤਮਾ ਨੇ ਕਿਹਾ, ਰਾਜਾ ਸਾਹਿਬ, ਆਪ ਇਸ ਮਕਾਨ ਅੰਦਰ ਨਿਵਾਸ ਕਰੋ ਤਾਂ ਉਪਦੇਸ਼ ਦੇਵਾਂਗੇ। ਰਾਜੇ ਨੇ ਕਿਹਾ, ਮਹਾਤਮਾ ਜੀ, ਆਪਨੇ ਤਾਂ ਦਰਵਾਜ਼ਾ ਵੀ ਬੰਦ ਕਰਵਾ ਦਿੱਤਾ ਹੈ। ਜੇਕਰ ਦਰਵਾਜ਼ਾ ਭੰਨ ਵੀ ਲਈਏ ਤਾਂ ਉਸ ਦੇ ਅੰਦਰ ਥਾਂ ਹੀ ਨਹੀਂ, ਕਿਉਂਕਿ ਅੰਦਰ ਤਾਂ ਥੰਮ ਹੀ ਥੰਮ ਬਣੇ ਹੋਏ ਹਨ, ਕਿੱਥੇ ਬੈਠਾਂਗੇ? ਮਹਾਤਮਾ ਨੇ ਕਿਹਾ, ਹੇ ਰਾਜਾ, ਇਸੇ ਤਰ੍ਹਾਂ ਤੇਰੇ ਅੰਦਰ ਵੀ ਉਪਦੇਸ਼ ਲਈ ਕੋਈ ਥਾਂ ਨਹੀਂ। ਪਹਿਲਾਂ ਤਾਂ ਬੂਹਾ ਹੀ ਬੰਦ ਹੈ। ਭਾਵ ਮਨ ਦਾ ਅਗਿਆਨ ਰੂਪੀ ਜੰਦਰਾ, ਮੋਹ ਵਾਦੇ ਅਧਿਆਸ ਦਾ ਕੁੰਡਾ, ਆਸਾ ਅੰਦੇਸਾ ਦੇ ਤਖਤੇ ਹੀ ਨਹੀਂ ਖੁੱਲੇ। ਯਥਾ ਆਸਾ ਅੰਦੇਸਾ ਦੋਏ ਪੱਟ ਜੜੇ, ਅੰਦਰ ਰਸਾਂ ਕਸਾਂ ਦੇ ਫੁਰਨਿਆਂ ਰੂਪ ਥੰਮਲੇ ਉਸਰੇ ਹੋਏ ਹਨ। ਯਥਾ ਸੋਨੇ ਚਾਂਦੀ ਕਾਮਣ ਇਸਤਰੀ ਦੇ ਵਿਸ਼ੇ ਰਸ, ਚੰਦਨ ਦੀ ਖੁਸ਼ਬੂ, ਘੋੜੇ ਅਥਵਾ ਅਸਵਾਰੀਆਂ ਤੇ ਚੜ੍ਹਨ ਦੀ ਇੱਛਾ, ਸੋਹਣੀਆਂ ਦੁੱਧ ਵਰਗੀਆਂ ਚਿੱਟੀਆਂ ਸੇਜਾਂ, ਮੰਦਰਾਂ 'ਚੋਂ ਨਿਵਾਸ, ਮਿੱਠੇ ਭੋਜਨ ਤੇ ਮਾਸ ਖਾਣ ਨਾਲ, ਇਤਨੇ ਰਸਾਂ ਦੇ ਭੋਗ ਦੀ ਇੱਛਾ ਨਾਲ ਰਿਦਾ ਮੰਦਰ ਭਰਿਆ ਹੈ। ਕਿਹੜੀ ਜਗ੍ਹਾ ਖਾਲੀ ਹੈ ਜਿੱਥੇ ਨਾਮ ਦਾ ਨਿਵਾਸ ਹੋ ਸਕੇ? ਯਥਾ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਤਥਾ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਭਾਂਡੇ ਵਿੱਚ ਹੋਰ ਚੀਜ਼ ਤਾਂ ਹੀ ਪਵੇਗੀ ਜੇ ਪਹਿਲੀ ਵਸਤੂ ਬਾਹਰ ਕੱਢੀ ਜਾਵੇ। ਸੋ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਇਹਨਾਂ ਰਸਾਂ ਕਸਾਂ ਦਾ ਤਿਆਗ ਕਰ ਤਾਂ ਨਾਮ ਦੀ ਪ੍ਰਾਪਤੀ ਹੋਵੇਗੀ। ਐਵੇਂ ਵਿਕਾਰਾਂ ਵਿੱਚ ਜਨਮ ਨਾ ਗਵਾ। ਸੋ ਗੁਰੂ ਰੂਪ ਸਾਧ ਸੰਗਤ ਜੀ, ਇਹ ਤੇ ਸਨ ਪੰਡਤ ਦੇ ਜੰਗਲ ਜਾਣ ਦਾ ਅਲੰਕਾਰ, ਸੁਆਸਾਂ ਦਾ ਅਲੰਕਾਰ, ਯਖਣੀ ਦੇਵੀ ਦਾ ਅਲੰਕਾਰ, ਕੀੜੀ ਦਾ ਅਲੰਕਾਰ, ਹਲਕੇ ਕੁੱਤੇ ਦਾ ਅਲੰਕਾਰ ਤੇ ਥੰਮਾਂ ਵਾਲੇ ਮਕਾਨ ਦਾ ਅਲੰਕਾਰ। ਸੋ ਮਹਾਂਪੁਰਖਾਂ ਨੇ ਬੜੇ ਹੀ ਸੋਹਣੇ ਢੰਗ ਨਾਲ ਵੱਖਰੇ ਵੱਖਰੇ ਅਲੰਕਾਰਾਂ ਦੁਆਰਾ ਬਹੁਤ ਹੀ ਸੁਗਮ ਤਰੀਕੇ ਨਾਲ ਸੰਗਤ ਦੀ ਝੋਲੀ ਇਹ ਗਿਆਨ ਪਾਇਆ ਹੈ। ਅੱਜ ਲਈ ਬਸ ਇੰਨਾ ਹੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਕਿਰਪਾਲ ਹੋਇ